होसी भी सच तुर की बाणी आई। तिन सगली चिंत मिटाई दयाल पुरख मेहरबाना। हर नानक साच वखाना। हमारी प्यारी अमृत धारी गुर निमख न मन ते टारी रे। दर्शन परसन सरसन हरसन रंग रंगी करतारी रे। खिन राम गुर गाम हर दाम नह जम। हर कंठ नानक उरहारी रे। क्या जाना किव मरहेंगे कैसा मरना होए। जेकर साहिब मन हो न विसरै तां सहला मरना हो। कबीर जिस मरने ते जग डर मेरे मन आनंद। मरने ही ते पाइयै पूर्ण परमानंद। कबीर मरता मरता जग मुआ मर पे न जाने कोई। ऐसी मरनी जो मरै बहुर ना मरना हो। सूरा सो पहचानिया जो लड़े दीन के हेत। पुरजा पुरजा कट मरै कबहु ना छाडे खेत। वाहिगुरु जी का खालसा वाहिगुरु जी की फतेह। जुग हो जुग अटल। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਗੁਰੂ ਦੀ ਮਿਹਰ ਸਦਕਾ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਆਓ ਜਿਤਨਾ ਸਮਾਂ ਆਪ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਸੰਗਤਾਂ ਦੇ ਨਾਲ ਗੁਰਬਾਣੀ ਦੀ ਵਿਚਾਰ ਇੱਕ ਸਿੱਖ ਕੌਮ ਦੇ ਹੀਰੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਆਓ ਸੰਗਤਾਂ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਆਓ ਇੱਕ ਵਾਰੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਸਤਿਗੁਰਾਂ ਦੀ ਗੋਦ ਵਿੱਚ ਜੁੜ ਬੈਠੇ ਹਨ, ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੇਰੇ ਅਤੀ ਸਤਿਕਾਰਯੋਗ ਵੀਰ, ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਹਾਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਉਹਨਾਂ ਦੀ ਰਸਨਾ ਤੁਸੀਂ ਸ਼ਬਦ ਕੀਰਤਨ ਸਰਵਣ ਕੀਤਾ ਹੈ ਤੇ ਨਾਲ ਬਹੁਤ ਆਲਾ ਵਿਚਾਰਾਂ ਉਹਨਾਂ ਨੇ ਆਪ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ। 2 ਦਿਹਾੜੇ ਤੁਸੀਂ ਅੱਜ ਇਸ ਪਾਵਨ ਅਸਥਾਨ ਤੇ ਮਨਾ ਰਹੇ। ਇੱਕ ਦਿਹਾੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ। ਥੋੜਾ ਥੋੜਾ ਸਮਾਂ ਮੈਂ ਦੋਨੇ ਦਿਹਾੜਿਆਂ ਤੇ ਗੱਲ ਆਪ ਸੰਗਤਾਂ ਨਾਲ ਸਾਂਝੀ ਕਰਨੀ। ਸਾਡੇ ਸਿੱਖ ਵਿਦਵਾਨਾਂ ਨੇ ਲਿਖਿਆ ਹੈ ਕਿ ਸਾਡੇ ਇਤਿਹਾਸ ਵਿੱਚ 3 ਬੀੜਾਂ ਦਾ ਜ਼ਿਕਰ ਆਉਂਦਾ। 3 ਬੀੜਾਂ, ਜਿਸ ਬਾਣੀ ਨੂੰ ਤੁਸੀਂ ਮੱਥਾ ਟੇਕਦੇ, ਜਿਨ੍ਹਾਂ ਬਾਣੀਆਂ ਦਾ ਤੁਸੀਂ ਪਾਠ ਕਰਦੇ, ਉਹ ਸਭ ਤੋਂ ਪਹਿਲਾਂ ਬੀੜ ਲਿਖਵਾਈ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਨ 1601 ਤੋਂ ਲੈ ਕੇ ਸੰਨ 1604 ਤੱਕ, ਤੇ ਉਹ ਅਸਥਾਨ ਸੀ ਸ੍ਰੀ ਰਾਮਸਰ ਸਾਹਿਬ ਅੰਮ੍ਰਿਤਸਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਲਿਖਾਉਣ ਵਾਲੇ ਸਨ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਣ ਵਾਲੇ ਸਨ,
ਤੇ ਭਾਈ ਬੰਨੋ ਜੀ ਕਲਮਾਂ ਦਾ, ਸਿਆਹੀ ਦਾ ਤੇ ਕਾਗਜ਼ ਦਾ ਪ੍ਰਬੰਧ ਕਰਨ ਵਾਲੇ ਸਨ। ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਬੀੜ ਲਿਖਵਾਈ ਸੀ, 5 ਗੁਰੂ ਸਾਹਿਬਾਨਾਂ ਦੀ ਬਾਣੀ ਉਹਦੇ ਵਿੱਚ ਦਰਜ ਕੀਤੀ, 15 ਭਗਤਾਂ ਦੀ ਬਾਣੀ ਦਰਜ ਕੀਤੀ, 11 ਭੱਟਾਂ ਦੀ ਬਾਣੀ ਦਰਜ ਕੀਤੀ ਤੇ 4 ਸਿੱਖਾਂ ਦੀ ਬਾਣੀ ਲਿਖਵਾਈ। ਉਸ ਸਾਰੇ ਕਾਰਜ ਨੂੰ ਮਹਾਰਾਜ ਜੀ ਨੇ 2.5-3 ਸਾਲ ਦੇ ਵਿੱਚ ਪੂਰਾ ਕੀਤਾ ਤੇ 1 ਸਤੰਬਰ ਸਨ 1604 ਨੂੰ ਹਰਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ। ਉਹਨੂੰ ਅਸੀਂ ਕਰਤਾਰਪੁਰ ਸਾਹਿਬ ਵਾਲੀ ਬੀੜ ਕਹਿੰਦੇ। ਤੇ ਜਿਸ ਦਿਨ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ ਦੇ ਵਿੱਚ ਕੀਤਾ ਸੀ, ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕੀਤਾ ਸੀ ਤੇ ਬਾਬਾ ਬੁੱਢਾ ਜੀ ਨੇ ਹੁਕਮ ਲਿਆ ਸੀ। ਉਹ ਪਹਿਲਾ ਹੁਕਮਨਾਮਾ ਸਾਡੇ ਸਿੱਖ ਵਿਦਵਾਨਾਂ ਨੇ ਅੱਜ ਵੀ ਸੁਨਹਿਰੀ ਅੱਖਰਾਂ ਵਿੱਚ ਲਿਖ ਕੇ ਸਾਂਭ ਕੇ ਰੱਖਿਆ। ਉਹ ਹੁਕਮਨਾਮਾ ਆਇਆ ਸੀ, ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹਨੂੰ ਅਸੀਂ ਕਰਤਾਰਪੁਰ ਸਾਹਿਬ ਵਾਲੀ ਬੀੜ ਕਹਿੰਦੇ। ਇੱਕ ਦੂਸਰੀ ਬੀੜ ਤਿਆਰ ਕੀਤੀ ਸੀ ਭਾਈ ਬੰਨੋ ਜੀ ਨੇ, ਉਹਦੇ ਵਿੱਚ ਉਹਨਾਂ ਆਪਣੇ ਵੱਲੋਂ ਸ਼ਬਦ ਅੰਕਿਤ ਕਰ ਦਿੱਤੇ ਸਨ, ਉਹਨੂੰ ਖਾਰੀ ਬੀੜ ਆਖਿਆ ਗਿਆ। ਅੱਜ ਵੀ ਭਾਈ ਬੰਨੋ ਦੀ ਅੰਸ਼ ਬੰਸ਼ ਕੋਲ ਉਹ ਬੀੜ ਹੈ। ਤੇ ਜਿਹਦਾ ਅੱਜ ਤੁਸੀਂ ਸੰਪੂਰਨਤਾ ਦਿਵਸ ਮਨਾ ਰਹੇ ਹੋ ਨਾ, ਇਹ ਮੇਰੇ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨ ਦੁਨੀਆ ਦੇ ਮਾਲ ਜਦੋਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਜੰਗਾਂ ਜੁੱਧਾਂ ਖਤਮ ਕਰਕੇ ਤਲਵੰਡੀ ਸਾਬੋ ਡੱਲੇ ਦੇ ਕੋਲ ਪਹੁੰਚੇ ਸਨ, ਇਸ ਅਸਥਾਨ ਨੂੰ ਭਾਗ ਲਾਏ। ਇੱਥੇ ਸਤਿਗੁਰਾਂ ਨੇ ਫਿਰ ਆਪਣਾ ਡੇਰਾ ਕੀਤਾ ਸੀ ਡੱਲੇ ਦੀ, ਇਸ ਹਵੇਲੀ ਦੇ ਵਿੱਚ, ਉਹਦੀ ਨਗਰੀ ਦੇ। ਤੇ ਸਤਿਗੁਰੂ ਲਗਾਤਾਰ 10 ਮਹੀਨੇ ਇੱਥੇ ਰੁਕੇ ਸਨ। ਇੱਥੇ ਫਿਰ ਮਹਾਰਾਜ ਜੀ ਨੇ ਇਹਨਾਂ 10 ਮਹੀਨਿਆਂ ਦੇ ਵਿੱਚ ਇਹ ਵੱਡਾ ਕਾਰਜ ਸੰਪੂਰਨ ਕੀਤਾ। ਦੁਬਾਰਾ ਬੀੜ ਸਾਹਿਬ ਲਿਖਵਾਈ ਤੇ ਉਸ ਬੀੜ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ, ਜਿੱਥੇ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀ ਬਾਣੀ ਲਿਖਵਾਈ ਸੀ, ਉਹਦੇ ਵਿੱਚ ਮਹਾਰਾਜ ਜੀ ਨੇ ਆਪਣੇ ਗੁਰੂ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦਰਜ ਕੀਤੀ। ਤੇ ਥੋੜਾ ਜਿਹਾ ਧਿਆਨ ਦਿਆ ਜੀ ਕਿਵੇਂ ਮਹਾਰਾਜ ਜੀ ਨੇ ਲਿਖਵਾਈ। ਜਦੋਂ ਇੱਥੇ ਮਹਾਰਾਜ ਜੀ ਰੁਕੇ ਨੇ, ਭਾਈ ਮਨੀ ਸਿੰਘ ਜੀ ਦਿੱਲੀੋਂ ਮਾਤਾਵਾਂ ਨੂੰ ਲੈ ਕੇ ਆਏ ਸੀ ਤੇ ਇਸੇ ਤਰ੍ਹਾਂ ਦਰਬਾਰ ਸਜਿਆ ਸੀ ਜਿਵੇਂ ਤੁਸੀਂ ਸਜੇ ਨਾ ਗੁਰੂ ਦੀ ਗੋਦ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਸਜਿਆ, ਸਤਿਗੁਰੂ ਉੱਚੇ ਅਸਥਾਨ ਤੇ ਬਿਰਾਜਮਾਨ ਸਨ, ਸੰਗਤਾਂ ਥੱਲੇ ਬਹਿ ਕੇ ਦਰਸ਼ਨ ਕਰ ਰਹੀਆਂ ਸਨ। ਇਸੇ ਤਰ੍ਹਾਂ ਇੱਕ ਤੰਬੂ ਲੱਗਾ ਸੀ, ਕਿਤੇ ਤੁਹਾਨੂੰ ਫੋਟੋ ਵੇਖਣ ਦਾ ਸਮਾਂ ਮਿਲੇ ਤੇ ਵੇਖਿਆ ਜ਼ਰੂਰ ਉਹ ਸਥਾਨ। ਇਸੇ ਤਰ੍ਹਾਂ ਤੰਬੂ ਦੇ ਵਿੱਚ ਜਦੋਂ ਸੰਗਤਾਂ ਬੈਠੀਆਂ ਸਨ ਤੇ ਮਾਤਾਵਾਂ ਦਿੱਲੀ ਤੋਂ ਚੱਲ ਕੇ ਭਾਈ ਮਨੀ ਸਿੰਘ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਿਆ, ਕਿਉਂਕਿ ਇਹ ਪਰਿਵਾਰ ਦਾ ਵਿਛੋੜਾ ਪਿਆ ਸੀ ਸਰਸਾ ਨਦੀ। ਉਸ ਤੋਂ ਬਾਅਦ ਮਾਤਾਵਾਂ ਦਿੱਲੀ ਚਲੇ ਗਈਆਂ ਸਨ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਮੁਰਿੰਡੇ ਵੱਲ ਚਲੇ ਗਏ ਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਡੇ ਸਾਹਿਬਜ਼ਾਦਿਆਂ ਨੂੰ ਸਿੱਖਾਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਵਿੱਚ। ਉਸ ਦਿਨ ਤੋਂ ਪਰਿਵਾਰ ਦਾ ਵਿਛੋੜਾ। ਅੱਜ ਮਾਤਾਵਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਅੱਜ ਤਲਵੰਡੀ ਸਾਬੋ ਕੀ ਪਹੁੰਚੇ। ਭਾਈ ਮਨੀ ਸਿੰਘ ਨਾਲ ਹੈ। ਜਿਸ ਵੇਲੇ ਸੰਗਤਾਂ ਦੇ ਵਿੱਚੋਂ ਲੰਘ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮਾਤਾਵਾਂ ਨੇ ਮੱਥਾ ਟੇਕਿਆ, ਭਾਈ ਮਨੀ ਸਿੰਘ ਜੀ ਹੋਣਾ ਨੇ ਮੱਥਾ ਟੇਕਿਆ, ਸਤਿਗੁਰਾਂ ਦੇ ਕੋਲ ਬੈਠ ਗਿਆ ਮਾਤਾਵਾਂ ਤੇ ਦੀਵਾਨ ਦੀ ਸਮਾਪਤੀ ਹੋਈ ਨਾ, ਤੇ ਸੰਗਤਾਂ ਵੱਲ ਇਸ਼ਾਰਾ ਕਰਕੇ ਮਾਤਾ ਜੀ ਨੇ ਇਹ ਕਿਹਾ ਸੀ, ਸਤਿਗੁਰੂ ਸਿੱਖ ਨਜ਼ਰ ਆ ਰਹੇ ਨੇ, ਸਾਹਿਬਜ਼ਾਦੇ ਨਜ਼ਰ ਨਹੀਂ ਆ ਰਹੇ, ਕਿੱਥੇ ਨੇ? ਸਤਿਗੁਰਾਂ ਨੇ ਸਿੱਖਾਂ ਵੱਲ ਇਸ਼ਾਰਾ ਕਰਕੇ ਕਹਿ ਦਿੱਤਾ ਸੀ, ਕਹਿਣ ਲੱਗੇ ਆਹ ਦੇਖੋ ਮੇਰੇ ਪੁੱਤ ਬੈਠੇ। ਤੇ ਮਹਾਰਾਜ ਜੀ ਦੀ ਮਾਤਾਵਾਂ ਕਹਿ ਲੱਗੇ ਮੈਨੂੰ ਵੀ ਪਤਾ ਸਿੱਖ ਤੁਹਾਡੇ ਪੁੱਤਰ ਨੇ, ਪਰ ਮੈਂ ਸਾਹਿਬਜ਼ਾਦਿਆਂ ਦੀ ਗੱਲ ਕਰਦੀ ਪਈ। ਤੇ ਸਤਿਗੁਰਾਂ ਨੇ ਕਹਿ ਦਿੱਤਾ ਸੀ ਇਹਨਾਂ ਸਿੱਖਾਂ ਤੋਂ ਵਾਰ ਹੈ, ਆਪਣੇ ਪਿਆਰਿਆਂ ਤੋਂ ਵਾਰ ਹੈ। ਮਾਤਾਵਾਂ ਨੇ ਇਹ ਵਚਨ ਕਹਿ ਸੀ, ਕਹਿਣ ਲੱਗੇ ਲੋਕੀ ਪੁੱਤਰਾਂ ਤੋਂ ਧਨ ਦੌਲਤ ਵਾਰਦੇ, ਤੁਸੀਂ ਪੁੱਤਰਾਂ ਨੂੰ ਪਿਆਰੇ ਤੋਂ ਵਾਰ ਹੈ, ਕਿਹਨਾਂ ਤੋਂ ਵਾਰ ਹੈ? ਕਹਿਣ ਲੱਗੇ ਸਿੱਖਾਂ। ਉੱਥੇ ਹਜੂਰ ਨੇ ਬਚਨ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਭਇਆ ਜੀਵਤ ਗਈ ਹਜ਼ਾਰ। ਇਸ ਅਸਥਾਨ ਤੇ ਸਤਿਗੁਰਾਂ ਨੇ ਫਿਰ ਗ੍ਰੰਥ ਸਾਹਿਬ ਮਹਾਰਾਜ ਲਿਖਵਾਇਆ। ਤੇ ਜਦੋਂ ਲਿਖਵਾਉਣ ਲੱਗੇ ਭਾਈ ਮਨੀ ਸਿੰਘ ਦੀ ਸੇਵਾ ਲਾਈ ਤੁਸੀਂ ਲਿਖਣਾ, ਬਾਬਾ ਦੀਪ ਸਿੰਘ ਜੀ ਦੀ ਸੇਵਾ ਲਾਈ ਤੁਸੀਂ ਕਲਮਾਂ ਦਾ, ਸਿਆਹੀ ਦਾ ਤੇ ਕਾਗਜ਼ ਦਾ ਪ੍ਰਬੰਧ ਕਰ। ਤੇ ਸਤਿਗੁਰਾਂ ਨੇ ਕਾਰਜ ਆਰੰਭਣ ਤੋਂ ਪਹਿਲਾਂ ਸਿੱਖਾਂ ਨੂੰ ਭੇਜਿਆ ਸੀ, ਜਾਓ ਕਰਤਾਰਪੁਰ ਸਾਹਿਬ
ਉੱਥੇ ਧੀਰ ਮੱਲੀਆਂ ਕੋਲ ਭੀੜ ਪਈ ਹੈ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਾਈ ਸੀ, ਉਹ ਲੈ ਕੇ ਆਓ। ਸਿੱਖ ਗਏ ਨੇ ਤੇ ਧੀਰ ਮੱਲੀਆਂ ਨੇ ਮਨਾ ਕਰ ਦਿੱਤਾ। ਕਹਿਣ ਲੱਗੇ ਜੇ ਤੁਹਾਡਾ ਸਤਿਗੁਰੂ ਇੰਨਾ ਹੀ ਕਾਬਲ ਤੇ ਸਾਡੇ ਕੋਲੋਂ ਕਿਉਂ ਪੁਰਾਣੀ ਬੀੜ ਗੁਰੂਆਂ ਦੀ ਮੰਗਾਉਂਦੇ ਪਏ ਨੇ, ਆਪ ਨਹੀਂ ਬਾਣੀ ਲਿਖਵਾ ਸਕਦੇ। ਮੋੜ ਦਿੱਤਾ। ਸਿੱਖਾਂ ਨੇ ਆਣ ਕੇ ਮਹਾਰਾਜ ਦੱਸਿਆ, ਮਹਾਰਾਜ ਧੀਰ ਮੱਲੀਆ ਕਹਿੰਦੇ ਪਏ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ। ਸਤਿਗੁਰਾਂ ਨੇ ਆਸਣ ਲਾਇਆ, ਬਿਠਾ ਲਿਆ ਸਾਹਮਣੇ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ। ਅੰਤਰ ਧਿਆਨ ਹੋ ਕੇ ਸਤਿਗੁਰਾਂ ਨੇ ਸਾਰੀ ਬਾਣੀ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮਸਰ ਸਾਹਿਬ ਦੇ ਅਸਥਾਨ ਤੇ ਲਿਖਾਈ ਸੀ ਉਹ ਵੀ ਲਿਖਵਾਈ। ਪਰਤ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੁਰੂ ਪਿਤਾ ਦੀ ਬਾਣੀ ਸਤਿਗੁਰਾਂ ਨੇ ਲਿਖਵਾਈ। ਤੇ ਤੁਸੀਂ ਕਹੋਗੇ ਅੰਤਰ ਧਿਆਨ ਹੋ ਕੇ ਇੰਨੀ ਬਾਣੀ ਸਤਿਗੁਰਾਂ ਨੂੰ ਜ਼ਬਾਨੀ ਯਾਦ। ਤੇ ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਗੁਰਮੁਖੋ ਮੇਰੇ ਸਤਿਗੁਰੂ ਪਰਮੇਸ਼ਰ ਦਾ ਰੂਪ ਨੇ। ਆਪ ਸੰਗਤਾਂ ਨੂੰ ਗਿਆਤ ਹੋਵੇ ਭਾਈ ਕਾਹਨ ਸਿੰਘ ਜੀ ਨਾਭਾ, ਮਹਾਨ ਸ਼ਖਸੀਅਤ ਜਿਨ੍ਹਾਂ ਨੇ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਲੈ ਕੇ ਪਤਾ ਨਹੀਂ ਕਿੰਨੇ ਕਿੰਨੇ ਅਰਥ ਕੀਤੇ। ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਹੋਏ ਨੇ ਭਾਈ ਨਾਰਾਇਣ ਸਿੰਘ। ਤੇ ਭਾਈ ਨਾਰਾਇਣ ਸਿੰਘ ਜੀ ਬਾਰੇ ਲਿਖਿਆ ਕਿ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੂੰ ਜ਼ਬਾਨੀ ਯਾਦ ਸੀ, ਪੂਰਾ ਗੁਰੂ ਗ੍ਰੰਥ ਸਾਹਿਬ। ਤੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ 3 ਖੰਡ ਪਾਠ ਕੱਲਿਆਂ ਨੇ ਕੀਤੇ ਸੀ। ਇੱਕ ਵਾਰੀ ਆਰੰਭ ਕਰਕੇ ਚੌਂਕੜਾ ਮਾਰ ਕੇ ਬਹਿ ਗਏ ਨੇ, 48 ਘੰਟਿਆਂ ਬਾਅਦ ਭੋਗ ਪਾ ਕੇ ਉੱਠੇ। ਵੈਸੀ ਮਹਾਨ ਸ਼ਖਸੀਅਤ। ਜੇ ਇੱਕ ਸਿੱਖ ਭਾਈ ਨਾਰਾਇਣ ਸਿੰਘ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਹੀ ਮਹਾਰਾਜ ਜ਼ਬਾਨੀ ਯਾਦ ਹੋ ਸਕਦਾ, ਤੇ ਕਲਗੀਆਂ ਵਾਲਾ ਤੇ ਮੇਰਾ ਸਤਿਗੁਰੂ ਏ। ਮਹਾਰਾਜ ਨੇ ਤੇ ਗੁਰੂ ਤੇ ਪ੍ਰਮਾਤਮਾ ਦੇ ਵਿੱਚ ਕਹਿ ਦਿੱਤਾ ਕੋਈ ਭੇਦ ਹੀ ਨਹੀਂ ਜੇ, ਗੁਰ ਪਰਮੇਸ਼ਰ ਨਾ ਹੀ ਤੇ ਮੁੱਕਦੀ ਗੱਲ। ਸਤਿਗੁਰਾਂ ਨੇ ਆਪ ਅੰਤਰ ਧਿਆਨ ਹੋ ਕੇ ਸਾਰੀ ਬਾਣੀ ਲਿਖਵਾਈ। ਉਹਨੂੰ ਅਸੀਂ ਦਮਦਮਾਵਾਲ ਸਾਹਿਬ ਵਾਲੀ ਬੀੜ ਕਹੀ, ਜਿਹਨੂੰ ਅੱਜ ਤੁਸੀਂ ਘਰਾਂ ਦੇ ਵਿੱਚ ਪ੍ਰਕਾਸ਼ ਕਰਦੇ ਹੋ, ਗੁਰਦੁਆਰਿਆਂ ਦੇ ਵਿੱਚ ਪ੍ਰਕਾਸ਼ ਕਰਦੇ ਆ। ਇਹ ਦਮਦਮਾ ਸਾਹਿਬ ਵਾਲੀ ਬੀੜ, ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਨ 1708 ਦੇ ਵਿੱਚ ਹਜੂਰ ਸਾਹਿਬ, ਨਦੇਵ ਸਾਹਿਬ, ਜਿੱਥੇ ਉਹਨਾਂ ਨੂੰ ਗੁਰਤਾ ਗੱਦੀ ਮਹਾਰਾਜ ਜੀ ਨੇ ਇਸੇ ਸ਼ਬਦ ਗੁਰੂ ਨੂੰ ਬਖਸ਼ੀ। ਇਹ ਅੱਜ ਸੰਪੂਰਨਤਾ ਦਿਵਸ ਹੈ। ਦੂਸਰਾ ਦਿਨ ਤੁਸੀਂ ਅੱਜ ਮਨਾ ਰਹੇ ਉਸ ਗੁਰਮੁਖ ਪਿਆਰੇ ਨੂੰ ਯਾਦ ਕਰ ਰਹੇ ਹੋ ਜਿਹਦਾ ਸਾਡੇ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਦੇ ਨਾਮ ਨਾਲ ਲਿਖਿਆ ਜਾਂਦਾ। ਉਹ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ, ਬੰਦਿਆ ਤੈਨੂੰ ਪਤਾ ਕਿ ਤੇਰੇ ਭਾਗਾਂ ਵਿੱਚ 2 ਚੀਜ਼ਾਂ ਪ੍ਰਮਾਤਮਾ ਨੇ ਪਹਿਲਾਂ ਲਿਖ ਦਿੱਤੀਆਂ ਨੇ, ਜਨਮ ਤੇਰਾ ਬਾਅਦ ਵਿੱਚ ਹੋਇਆ। ਪੁੱਛਿਆ ਜੀ ਕਿਹੜੀਆਂ ਕਿਹੜੀਆਂ? ਕਹਿ ਲੱਗੇ ਹਲੇ ਜਨਮ ਨਹੀਂ ਹੋਇਆ, ਤੇਰੇ ਭਾਗਾਂ ਵਿੱਚ ਪ੍ਰਮਾਤਮਾ ਨੇ ਰਿਜ਼ਕ ਲਿਖ ਦਿੱਤਾ। ਇਸ ਸੰਸਾਰ ਵਿੱਚ ਜੋ ਲਿਖ ਦਿੱਤਾ ਹੈ ਪ੍ਰਮਾਤਮਾ ਨੇ ਉਹ ਮਿਲਣਾ। ਤੇ ਦੂਸਰਾ ਤੈਨੂੰ ਪਤਾ ਹਲੇ ਤੇਰਾ ਜਨਮ ਨਹੀਂ ਹੋਇਆ, ਪ੍ਰਮਾਤਮਾ ਨੇ ਮੌਤ ਦਾ ਦਿਨ ਲਿਖ ਦਿੱਤਾ ਹੈ। ਜੋ ਪ੍ਰਮਾਤਮਾ ਨੇ ਲਿਖ ਦਿੱਤਾ ਹੈ ਮੌਤ ਅਟਲ ਸਚਾਈ ਹੋਣੀ ਹੋਣੀ। ਹਜੂਰ ਦੇ ਬਾਣੀ ਵਿੱਚ ਬਚਨ ਨੇ ਪਹਿਲੋਂ ਦੇਤਾ ਹੈ ਰਿਜ਼ਕ ਸੰਭਾਹ, ਪਿੱਛੋਂ ਦੇਤਾ ਹੈ ਜੰਤ ਉਪਾਹ। ਇਹ ਰਿਜ਼ਕ ਪਹਿਲਾਂ ਲਿਖ ਦਿੱਤਾ, ਜਨਮ ਬਾਅਦ ਵਿੱਚ ਹੈ। ਦੂਸਰਾ ਮਹਾਰਾਜ ਜੀ ਕਹਿੰਦੇ ਨੇ ਮਰਨ ਲਖਾਏ ਮੰਡਲ ਮੈਂ ਆਏ। ਮੰਡਲ ਕਹਿੰਦੇ ਨੇ ਆ ਜਗਤ ਸੰਸਾਰ। ਮੌਤ ਦਾ ਸਮਾਂ ਲਿਖਾ ਕੇ ਹਰੇਕ ਬੰਦਾ ਸੰਸਾਰ ਵਿੱਚ ਹੈ। ਜਿਹੜਾ ਆਇਆ ਉਹਨੇ ਚਲੇ ਜਾਣਾ, ਮਰਨਾ ਜ਼ਰੂਰ ਹੈ। ਪਰ ਗੁਰਮੁਖੋ ਮਰਨਾ ਕਿਵੇਂ ਹੈ? ਬਸ ਇਹ ਸੰਸਾਰ ਦੇ ਵਿੱਚ ਅਸੀਂ ਵੇਖਣਾ। ਗੁਰਬਾਣੀ ਸਾਨੂੰ ਜੀਣਾ ਸਿਖਾਉਂਦੀ ਹੈ ਤੇ ਕੁਰਬਾਨੀ ਸਾਨੂੰ ਮਰਨਾ ਸਿਖਾਉਂਦੀ। ਅੱਜ ਅਸੀਂ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਨੂੰ ਸ਼ਹੀਦ ਦੇ ਨਾਮ ਨਾਲ ਯਾਦ ਕਰ। ਤੇ ਸ਼ਹੀਦ ਸ਼ਬਦ ਜਿਹੜਾ ਹੈ ਇਹ ਇਸਲਾਮ ਵਿੱਚੋਂ ਆਇਆ। ਸਾਡੇ ਹਿੰਦੁਸਤਾਨ ਦੀ ਧਰਤੀ ਤੇ ਬਲੀਦਾਨ ਸ਼ਬਦ ਤੇ ਬਹੁਤ ਪ੍ਰਚਲਿਤ, ਪਰ ਸ਼ਹੀਦ ਸ਼ਬਦ ਨਹੀਂ। ਸ਼ਹੀਦ ਸ਼ਬਦ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਆਰੰਭ ਹੋਇਆ। ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ। ਤੇ 2 ਤਰ੍ਹਾਂ ਦੀ ਸ਼ਹੀਦੀ ਸਿੱਖ ਜਗਤ ਦੇ ਵਿੱਚ ਮੰਨੀ ਗਈ। ਇੱਕ ਹੈ ਸ਼ਾਂਤਮਈ ਸ਼ਹੀਦੀ, ਇੱਕ ਹੈ ਜੁਝਾਰੂ ਸ਼ਹੀਦੀ। ਜਿਹੜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਸੀ ਉਹ ਸ਼ਾਂਤਮਈ ਸ਼ਹੀਦੀ ਸੀ। ਜਿਹੜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਸੀ ਉਹ ਸ਼ਾਂਤਮਈ ਸ਼ਹੀਦੀ ਸੀ। ਜਿਹੜੀ ਕਿਤੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਵਾਲੀ ਸਿੱਖ ਸ਼ਹੀਦ ਹੋਏ ਨੇ ਉਹ ਸ਼ਾਂਤਮਈ ਸ਼ਹੀਦੀ। ਦੂਸਰਾ ਹੈ ਜੁਝਾਰੂ ਸ਼ਹੀਦੀ। ਜੁਝਾਰੂ ਸ਼ਹੀਦੀ ਦੇ ਅਰਥ ਨੇ ਜੰਗ ਦੇ ਮੈਦਾਨ ਵਿੱਚ ਹੱਥਾਂ ਵਿੱਚ ਸ਼ਸਤਰ ਫੜ ਕੇ ਆਪ ਸ਼ਹੀਦ ਹੋ ਜਾਣਾ ਤੇ ਦੂਸਰਿਆਂ ਨੂੰ ਮਾਰ ਦੇਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿੱਖਾਂ ਨੇ ਤੇ ਸਤਿਗੁਰਾਂ ਨੇ 4 ਜੰਗਾਂ ਲੜੀਆਂ ਜੁਝਾਰੂ ਸ਼ਹੀਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਲੜੀਆਂ, ਉਹ ਜੁਝਾਰੂ ਸ਼ਹੀਦੀ।
ਸਿੰਘਾਂ ਨੇ ਬਹੁਤ ਜੁਝਾਰੂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਭਾਈ ਸਾਹਿਬ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜਿਹੜੀ ਸ਼ਹੀਦੀ ਨੂੰ ਅੱਜ ਆਪਾਂ ਯਾਦ ਕਰ ਰਹੇ ਹਾਂ, ਉਹ ਸ਼ਾਂਤਮਈ ਸ਼ਹੀਦੀ। ਉਹਨਾਂ ਨੇ ਆਪਣੇ ਹੱਥ ਵਿੱਚ ਕੋਈ ਹਥਿਆਰ ਨਹੀਂ ਚੁੱਕਿਆ, ਕਿਸੇ ਨੂੰ ਮਾਰਿਆ ਨਹੀਂ ਤੇ ਉਹਨਾਂ ਨੂੰ ਇਸ ਕਰਕੇ ਸ਼ਹੀਦ ਕੀਤਾ। ਉਹਨਾਂ ਦਾ ਜਿਸ ਵੇਲੇ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਕੀ ਕਾਰਨ, ਕਿਉਂ ਉਹਨਾਂ ਨੂੰ ਸ਼ਹੀਦ ਕੀਤਾ ਜੀ। ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਜਨਮ ਹੋਇਆ 1952 ਦੇ ਵਿੱਚ 2 ਨਵੰਬਰ, ਅੰਮ੍ਰਿਤਸਰ ਸਾਹਿਬ ਦੀ ਧਰਤੀ। ਸਮਾਂ ਆਇਆ 1984, ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ। ਇਹ ਬੜੀ ਵਾਰੀ ਸਮਾਂ ਆਇਆ, ਪਹਿਲੀ ਵਾਰੀ ਨਹੀਂ ਆਇਆ। ਜ਼ਕਰੀਆ ਖਾਨ ਨੇ ਵੀ ਅੱਤ ਕਰ ਦਿੱਤੀ ਸੀ ਤੇ ਉਹਨੇ ਐਲਾਨ ਕਰ ਦਿੱਤਾ ਸੀ ਕਿ ਜਿਹੜਾ ਸਿੰਘਾਂ ਦਾ ਸਿਰ ਵੱਢ ਕੇ ਲਿਆਏਗਾ 80 ਰੁਪਏ ਮਿਲਣਗੇ। ਉਸ ਵੇਲੇ ਬਹੁਤ ਸਿੰਘਾਂ ਨੂੰ ਸ਼ਹੀਦ ਕੀਤਾ, ਉਸ ਵੇਲੇ ਸ਼ਹੀਦ। ਬਸ ਇਹ ਵੀ ਉਹ ਸਮਾਂ ਸੀ ਜਦੋਂ ਕਿਹਾ ਗਿਆ ਸੀ ਸਿੱਖਾਂ ਨੂੰ ਮਾਰੋ ਤੇ ਤਰੱਕੀਆਂ ਮਿਲਣਗੀਆਂ। ਇਸੇ ਤਰ੍ਹਾਂ ਹੀ ਹੋਇਆ। ਇਸੇ ਸਮੇਂ ਦੇ ਵਿੱਚ ਗੁਰਮੁਖੋ, ਜਦੋਂ ਇਸ ਪੰਜਾਬ ਦੀ ਧਰਤੀ ਤੇ ਐਸਾ ਹਨੇਰ ਚੁੱਲਿਆ, ਜਿੱਥੋਂ ਭਾਈ ਜਸਵੰਤ ਸਿੰਘ ਜੀ ਨੇ ਸੱਚ ਦੀ ਆਵਾਜ਼ ਉਠਾਈ। ਤੇ ਇਹਨਾਂ ਨੇ ਆਵਾਜ਼ ਕੀ ਉਠਾਈ? ਇਹ ਆਵਾਜ਼ ਜਾ ਕੇ ਸਾਹਮਣੇ ਰੱਖੀ ਸੀ ਕਿ ਜਿਹੜੇ ਅੰਮ੍ਰਿਤਸਰ ਦੇ ਵਿੱਚ ਨੌਜਵਾਨਾਂ ਨੂੰ ਤੁਸੀਂ ਅਗਵਾ ਕਰਕੇ ਲੈ ਗਏ, ਪਤਾ ਨਹੀਂ ਕਿੱਥੇ ਸੁੱਟ ਦਿੱਤਾ, ਕਿੱਥੇ ਮਾਰ ਦਿੱਤਾ। ਘੱਟੋ ਘੱਟ ਉਹਨਾਂ ਦਾ ਪਤਾ ਤੇ ਦੱਸ ਦਿਓ ਵੀ ਜੀਂਦੇ ਨੇ ਕਿ ਮਰ ਗਏ ਨੇ। ਘੱਟੋ ਘੱਟ ਉਹਨਾਂ ਦੀਆਂ ਮਾਵਾਂ ਨੂੰ ਤੇ ਪਤਾ ਲੱਗ ਜੇ ਮੇਰਾ ਪੁੱਤਰ ਕਿੱਥੇ। ਜੇ ਤੇ ਜੀਂਦਾ ਤੇ ਚਾਹੀ ਸਬਰ ਕਰਕੇ ਬੈਠਿਆ ਰਹਿਣ, ਤੇ ਜੇ ਉਹਨਾਂ ਨੂੰ ਕਿਤੇ ਤੁਸੀਂ ਸ਼ਹੀਦ ਕਰ ਦਿੱਤਾ ਹੈ, ਮਾਰ ਦਿੱਤਾ ਹੈ, ਘੱਟੋ ਘੱਟ ਮਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਆਪਣੇ ਪੁੱਤਰ ਦੀ ਅੰਤਮ ਅਰਦਾਸ ਤੇ ਕਰਵਾ ਸਕੇ। ਬਸ ਆਹੀ ਆਵਾਜ਼ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਨੇ ਉਠਾਈ। ਤੇ ਜਿਸ ਵੇਲੇ ਇਹਨਾਂ ਨੇ ਕਦਮ ਪੁੱਟਿਆ ਇਸ ਪਾਸੇ ਵੱਲ, ਕੱਲੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਵਿੱਚ 2000 ਜਵਾਨ ਸੀ ਜਿਨ੍ਹਾਂ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ, ਨੌਜਵਾਨ ਬੱਚਿਆਂ ਦੇ ਕਿੱਧਰ ਚਲੇ ਗਏ। ਜਿਸ ਵੇਲੇ ਉਹਨਾਂ ਨੇ ਸਰਕਾਰੀ ਦਰਬਾਰੇ ਪਹੁੰਚ ਕੀਤੀ, ਕਹਿਣ ਲੱਗੇ ਇਹਨਾਂ ਦੀ ਖਬਰ ਲੈਣੀ ਤੇ ਸ਼ਮਸ਼ਾਨ ਘਾਟ ਵਿੱਚ ਜਾਓ, ਇਹਨਾਂ ਦੀ ਖਬਰ ਲੈਣੀ ਤੇ ਮਿਊਨਿਸਪਲ ਕਮੇਟੀ ਕੋਲ ਜਾਓ। ਜਿਸ ਵੇਲੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਵੇਖੋ ਸਚਾਈ ਦੇ ਰਸਤੇ ਤੇ ਤੁਰੇ, ਗੁਰੂ ਦੇ ਸਿੱਖਾਂ ਦੀ ਸੇਵਾ ਪੈ ਕਰਦੇ ਨੇ। ਜਿਹੜੇ ਲੋਕ ਸਚਾਈ ਦੇ ਰਸਤੇ ਤੇ ਤੁਰਦੇ ਨੇ, ਅੱਜ ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਨਾਮ ਨਾਲ ਯਾਦ ਕਰਦੇ। ਜਿਸ ਵੇਲੇ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੇ ਨਾਲ ਕੁਝ ਸਜਣਾ ਨੂੰ ਲਿਆ ਤੇ ਅੰਮ੍ਰਿਤਸਰ, ਕੱਲੇ ਅੰਮ੍ਰਿਤਸਰ ਦੀ ਮੈਂ ਗੱਲ ਕਰ ਰਿਹਾ, ਪੂਰੇ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਕੁਝ ਉਸ ਵੇਲੇ ਭਾਣਾ ਵਾਪਰਿਆ। ਸ਼ਮਸ਼ਾਨ ਘਾਟ ਦੇ ਵਿੱਚ ਆਣ ਕੇ ਜਿਹੜੇ ਉੱਥੇ ਮੁਲਾਜ਼ਮ ਸਨ, ਇਹਨਾਂ ਨੂੰ ਸੰਭਾਲਦੇ ਸਨ, ਡੈਡ ਬੋਡੀਆਂ ਨੂੰ, ਉਹਨਾਂ ਕੋਲ ਆਣ ਕੇ ਪੁੱਛਿਆ ਕਿ ਕਿੰਨੇ ਕੁ ਲੋਕ ਨੇ ਜਿਨ੍ਹਾਂ ਦਾ ਤੁਸੀਂ ਸੰਸਕਾਰ ਕਰ ਦਿੱਤਾ? ਉਹ ਕਹਿਣ ਲੱਗੇ ਗਿਣਤੀ ਕੋਈ ਨਹੀਂ, ਰੋਜ਼ ਹੀ ਪਤਾ ਨਹੀਂ ਕਿੰਨੇ ਕੁ, ਕਦੀ 10 ਡੈਡ ਬੋਡੀਆਂ ਆ ਜਾਂਦੀਆਂ ਨੇ, ਕਦੀ 20 ਆ ਜਾਂਦੀਆਂ ਨੇ, ਤੇ ਕਈ ਦਿਨ ਤੇ ਟਰੱਕ ਭਰ ਕੇ ਆ ਜਾਂਦੇ। ਪੂਰਾ ਬਾਇਓ ਡਾਟਾ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ ਉਹਨਾਂ ਕੋਲੋਂ ਇਕੱਠਾ ਕੀਤਾ ਤੇ ਕੱਲੇ ਅੰਮ੍ਰਿਤਸਰ ਸ਼ਹਿਰ ਦੇ 3 ਜਿਹੜੇ ਸ਼ਮਸ਼ਾਨ ਘਾਟ ਸਨ, ਉਹਨਾਂ ਦੇ ਵਿੱਚ 6017 ਐਸੇ ਲੋਕ ਸਨ ਜਿਨ੍ਹਾਂ ਦਾ ਸੰਸਕਾਰ ਕੀਤਾ ਗਿਆ। ਥੋਂ ਪਤਾ ਹੀ ਨਹੀਂ ਸੀ ਲੱਗਦਾ ਇਹ ਕਿੱਥੋਂ ਇਹਨਾਂ ਜਵਾਨਾਂ ਨੂੰ ਚੁੱਕ ਕੇ ਲਿਆਂਦਾ। ਤੇ ਉਹਨਾਂ ਦੀ ਉਮਰ ਪਤਾ ਕਿੰਨੀ ਸੀ? 15 ਸਾਲ ਤੋਂ ਲੈ ਕੇ ਤੇ 35 ਸਾਲ ਦੇ ਵਿੱਚ ਇਹ ਜਵਾਨ ਸਨ। ਇਹ 84 ਦਾ ਦੌਰ, ਜਿਸ ਕੌਮ ਦੇ ਹੀਰੇ ਨੂੰ ਅੱਜ ਤੁਸੀਂ ਯਾਦ ਕਰ ਵੇਖੋ ਨੇ ਕਿੰਨੀ ਵੱਡੀ ਸੇਵਾ ਕੀਤੀ। ਇਸ ਸੇਵਾ ਦੇ ਬਦਲੇ ਉਹਨਾਂ ਨੂੰ ਸ਼ਹੀਦੀ ਦੀ ਦਾਤ ਮਿਲੀ। ਤੇ ਮੈਂ ਦਾਤ ਇਸ ਕਰਕੇ ਸ਼ਬਦ ਵਰਤਿਆ ਗੁਰਮੁਖੋ, ਤੁਸੀਂ ਕਹੋਗੇ ਉਹ ਤੇ ਸ਼ਹੀਦ ਹੋ ਗਏ। ਗੁਰਮੁਖੋ ਮਰਨਾ ਤੇ ਸਾਰੇ ਨਹੀਂ, ਮੈਂ ਆਰੰਭ ਵਿੱਚ ਬਚਨ ਸਾਂਝੇ ਕੀਤੇ ਨੇ। ਜਿਹੜਾ ਵੀ ਸੰਸਾਰ ਵਿੱਚ ਆਇਆ ਮਰ ਜਾਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਮਰ ਤੇ ਜਾਣਾ ਹੈ, ਪਰ ਮਰਨਾ ਕਿਵੇਂ ਤੈਨੂੰ ਜਾਚ ਆ ਜੇ। ਕਬੀਰ ਮਰਤਾ ਮਰਤਾ ਜਗ ਮੁਆ, ਮਰ पे न जाने कोई, ऐसी मरनी जो मरे बौर ना मरना। वो कैसी मरनी है? वो है सरदार जसवंत सिंह खालड़ा दी मरनी। बस ਇਹੋ ਜੀ ਮੌਤ ਆ। ਉਹ ਕਹਿਣ ਲੱਗੇ ਵੀ ਤੁਸੀਂ ਕਹਿੰਦੇ ਹੋ ਦਾਤ ਹੈ ਮਿਲੀ ਸ਼ਹੀਦੀ ਦੀ, ਤੇ ਗੁਰਮੁਖੋ ਸ਼ਹੀਦੀ ਦੀ ਦਾਤ ਵੀ ਬੜੀ ਲੰਬੀ ਭਗਤੀ ਕਰਨ ਤੋਂ ਬਾਅਦ ਮਿਲੀ। ਇਹ ਸ਼ਹੀਦਾਂ ਦਾ ਇਤਿਹਾਸ ਪੜ੍ਹ ਕੇ
खैर ਜਦੋਂ ਉਹਨਾਂ ਨੇ ਮਿਊਨਿਸਪਲ ਕਮੇਟੀ ਕੋਲ ਜਾ ਕੇ ਪਹੁੰਚ ਕੀਤੀ ਤੇ ਉਦੋਂ ਇਹ ਦੋ ਅਸਥਾਨਾਂ ਨੂੰ ਕਿਹਾ ਗਿਆ ਸੀ ਵੀ ਜਿਹੜੀਆਂ ਵੀ ਲਾਸ਼ਾਂ ਆਉਣ ਉਹਨਾਂ ਨੂੰ ਕਿਸੇ ਦੇ ਹਵਾਲੇ ਨਹੀਂ ਕਰਨਾ, ਕਿਸੇ ਦੀ ਪੁੱਛਗਿੱਛ ਨਹੀਂ ਕਰਨੀ, ਬਸ ਮਿਊਨਿਸਪਲ ਕਮੇਟੀ ਤੁਹਾਨੂੰ ਬਾਲਣ ਦੇਈ ਜਾਏਗੀ, ਲੱਕੜਾਂ ਦੇਈ ਜਾਏਗੀ ਤੇ ਤੁਸੀਂ ਫੂਕੀ ਜਾਏ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਦੋਂ ਗਿਣਤੀ ਕੀਤੀ 6017 ਐਸੀਆਂ ਡੈਡ ਬੋਡੀਆਂ ਉਹਨਾਂ ਦਾ ਰਿਕਾਰਡ ਮਿਲਿਆ ਨਾ। ਤੇ ਕਿੱਥੋਂ ਮਿਲਿਆ? ਮਿਊਨਿਸਪਲ ਕਮੇਟੀ ਕੋਲ, ਕਿਉਂਕਿ ਸਾਡੇ ਹਿੰਦੁਸਤਾਨ ਦਾ ਕਾਨੂੰਨ ਜਿਸ ਲਾਸ਼ ਨੂੰ ਵਾਰਸ ਕਿਹਾ ਜਾਵੇ ਉਹ ਲਾਵਾਰਸ ਹੈ, ਉਹਦਾ ਸੰਸਕਾਰ ਮਿਊਨਿਸਪਲ ਕਮੇਟੀ ਕਰਦੀ ਤੇ ਸੰਸਕਾਰ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਫੋਟੋ ਖਿੱਚੀਆਂ ਜਾਂਦੀਆਂ, ਸੰਸਕਾਰ ਕਰਨ ਤੋਂ ਪਹਿਲਾਂ ਉਹਨਾਂ ਦੇ ਕੱਪੜਿਆਂ ਦੀ ਨਿਸ਼ਾਨੀਆਂ ਰੱਖੀਆਂ ਜਾਂਦੀਆਂ ਵੀ ਕੱਲ ਨੂੰ ਇਹਨਾਂ ਦੇ ਵਾਰਸ ਹੋਣ ਉਹਨਾਂ ਨੂੰ ਫੋਟੋ ਵਿਖਾਈ ਜਾਏ, ਕੱਪੜੇ ਵਿਖਾਏ ਜਾਣ ਤਾਂ ਕਿ ਉਹਨਾਂ ਦੀ ਪਹਿਚਾਣ ਹੋ ਸਕੇ ਤੇ ਦੱਸ ਸਕੀਏ ਵੀ ਆਹ ਕੱਪੜਿਆਂ ਵਾਲਾ, ਆਹ ਤਸਵੀਰ ਵਾਲਾ ਸੱਜਣ ਸਾਡੇ ਕੋਲ ਇਹਦੀ ਡੈਡ ਬੋਡੀ ਆਈ ਸੀ, ਇਹਦਾ ਅਸੀਂ ਸੰਸਕਾਰ ਕਰ ਦਿੱਤਾ। ਬਸ ਇਹ 6017 ਲਾਸ਼ਾਂ ਦਾ ਬਾਇਓਡਾਟਾ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਕੱਠਾ ਕੀਤਾ। ਇਸ ਤੋਂ ਇਲਾਵਾ ਹੋਰ ਪੂਰੇ ਪੰਜਾਬ ਦੀ ਧਰਤੀ ਤੇ ਲਾਵਾਰਸ ਜਿਹੜੇ ਬੱਚੇ ਜਿਨ੍ਹਾਂ ਨੂੰ ਇਸ ਹਕੂਮਤ ਨੇ ਅਗਵਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਹ 25,000 ਲਾਸ਼ਾਂ ਦਾ ਜ਼ਿਕਰ ਕੀਤਾ। 25,000 ਜਿਨ੍ਹਾਂ ਦੇ ਵਾਰਸ ਸਰਦਾਰ ਜਸਵੰਤ ਸਿੰਘ ਖਾਲੜਾ ਬਣੇ। ਉਹਨਾਂ ਨੇ ਇਹ ਕਿਹਾ ਸੀ ਗੌਰਮੈਂਟ ਨੂੰ, ਚਲੋ ਤੁਸੀਂ ਖਤਮ ਕਰ ਦਿੱਤਾ ਹੈ, ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਯਾਦ ਕਰਦੀਆਂ ਪਈਆਂ ਨੇ, ਪਤਾ ਹੀ ਨਹੀਂ ਲੱਗਦਾ ਪਿਆ ਕਿੱਧਰ ਗਏ ਨੇ ਸਾਡੇ ਪੁੱਤ। ਭੈਣਾਂ ਹੱਥਾਂ ਦੇ ਵਿੱਚ ਰੱਖੜੀਆਂ ਫੜ ਕੇ ਇੰਤਜ਼ਾਰ ਕਰਦੀਆਂ ਪਈਆਂ ਨੇ, ਸਾਡਾ ਭਰਾ ਅੱਜ ਵੀ ਆਏਗਾ। ਉਹ ਨੌਜਵਾਨ ਬੱਚੀਆਂ ਜਿਨ੍ਹਾਂ ਦੀ ਸ਼ਾਦੀ ਨੂੰ ਹਲੇ 6 ਮਹੀਨੇ ਹੋਏ ਸਨ, ਤੁਸੀਂ ਚੁੱਕ ਕੇ ਜਾ ਕੇ ਉਹਨਾਂ ਨੂੰ ਅਗਵਾ ਕਰਕੇ ਤੇ ਮੌਤ ਦੇ ਘਾਟ ਉਤਾਰ ਦਿੱਤਾ। ਘੱਟੋ ਘੱਟ ਉਹਨਾਂ ਦੀ ਖਬਰ ਤੇ ਘਰ ਤੱਕ ਪਹੁੰਚਾ ਦਿਓ, ਘੱਟੋ ਘੱਟ ਉਹਨਾਂ ਨੂੰ ਸਬਰ ਤੇ ਆ ਜੇ, ਪਤਾ ਤੇ ਲੱਗ ਜੇ। ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਮਾਵਾਂ ਦਿਨ ਕੱਟ ਲੈਣ ਕਿ ਚਲੋ ਸਾਡਾ ਪੁੱਤਰ ਸੀ ਸ਼ਹੀਦ ਹੋ ਗਿਆ, ਕੋਈ ਗੱਲ ਨਹੀਂ। ਬਸ ਜਦੋਂ ਇਹੋ ਜਿਹਾ ਦੌਰ ਚੱਲਿਆ, ਸਨ 1995 ਆਇਆ, ਸਰਦਾਰ ਜਸਵੰਤ ਸਿੰਘ ਖਾਲੜਾ ਆਪਣੇ ਘਰ ਦੇ ਵਿੱਚ ਬਾਹਰ ਗੱਡੀ ਨੂੰ ਸਾਫ਼ ਕਰ ਰਹੇ ਸਨ ਜਾਣ ਵਾਸਤੇ ਕਿਤੇ, ਉਸੇ ਵੇਲੇ ਹਕੂਮਤ ਆਈ, ਉਹ ਲੋਕ ਆਏ, ਉਹਨਾਂ ਨੇ ਇਸ ਕੌਮ ਦੇ ਹੀਰੇ ਨੂੰ ਚੁੱਕਿਆ ਤੇ ਥਾਣੇ ਵਿੱਚ ਲਿਜਾ ਕੇ ਇਹ ਸ਼ਰਤ ਰੱਖੀ ਸੀ, ਕਹਿਣ ਲੱਗੇ ਖਾਲੜਾ ਹਲੇ ਤੇਰੀ ਉਮਰ ਕੋਈ ਬਹੁਤੀ ਜ਼ਿਆਦੀ ਨਹੀਂ ਹੋਈ, 52 ਵਿੱਚ ਤੇਰਾ ਜਨਮ ਹੁੰਦਾ ਪਿਆ, ਆ 95 ਵਿੱਚ ਅੱਜ ਤੇਰੀ ਮੌਤ ਸਾਹਮਣੇ ਖਲੋਤੀ ਹੈ। ਕਹਿਣ ਲੱਗੇ ਬਸ 2 ਸ਼ਰਤਾਂ ਸਾਡੀਆਂ ਮੰਨ ਲਾ, ਤੈਨੂੰ ਛੱਡ ਦਿੱਤਾ ਜਾਏ। ਉਹ ਸ਼ਰਤਾਂ ਕਿਹੜੀਆਂ ਸੀ? ਕਹਿਣ ਲੱਗੇ ਇੱਕ ਤੇ ਇਹ ਵਾਪਸ ਲੈ ਲਾ ਜਿਹੜਾ ਤੂੰ ਕਹਿਣਾ ਹੈ ਵੀ ਇਸ ਹਕੂਮਤ ਨੇ ਧੱਕਾ ਕੀਤਾ ਹੈ, ਇਹਨਾਂ ਬੇਕਸੂਰਾਂ ਨੂੰ ਚੁੱਕ ਕੇ ਖਤਮ ਕਰ ਦਿੱਤਾ ਹੈ, ਇੱਕ ਤੇ ਇਹ ਵਾਪਸ ਲੈ ਲਾ, ਤੇ ਦੂਸਰਾ ਜਿਹੜੀ ਤੂੰ ਮੁਹਿੰਮ ਵੱਡੀ ਲੋਕਾਂ ਨੂੰ ਕਹਿਣਾ ਪਿਆ ਵੀ ਆਹ ਇਹਨਾਂ ਸਰਕਾਰਾਂ ਨੇ ਕਰ ਦਿੱਤਾ, ਆਹ ਕਰ ਦਿੱਤਾ ਹੈ, ਇਹ ਸਾਰਾ ਕੋਈ ਲਿਖਤੀ ਵਾਪਸ ਲੈ ਲੈ, ਤੈਨੂੰ ਛੱਡ ਦਿੱਤਾ ਜਾਏਗਾ। ਤੇ ਉਸ ਕੌਮ ਦੇ ਹੀਰੇ ਨੇ ਇਹ ਕਹਿ ਦਿੱਤਾ ਸੀ, ਕਹਿਣ ਲੱਗੇ ਜਿਸ ਦਿਨ ਇਸ ਪਾਸੇ ਤੁਰਿਆ ਸਾਂ, ਸਿਰ ਤੇ ਖੱਫਣ ਬੰਨ ਕੇ ਤੁਰਿਆ ਸਾਂ, ਪਤਾ ਸੀ ਜਿਸ ਕੰਮ ਵਾਸਤੇ ਮੈਂ ਤੁਰਿਆ ਇਸ ਕੰਮ ਦਾ ਰਿਜ਼ਲਟ ਇੱਕ ਦਿਨ ਬਹੁਤ ਹੈ। ਸੱਚਾਈ ਦੇ ਰਸਤੇ ਤੇ ਤੁਰਿਆ, ਜੋ ਮਰਜ਼ੀ ਕਹਿ ਲੋ, ਪਰ ਜਿਸ ਕੰਮ ਨੂੰ ਮੈਂ ਹੱਥ ਪਾਇਆ ਉਹਨੂੰ ਲੋਕਾਂ ਤੱਕ ਪਹੁੰਚਾ ਕੇ ਰਵਾਂਗਾ। ਕਹਿਣ ਲੱਗੇ ਮੌਤ ਪ੍ਰਵਾਨ ਹੈ, ਪਰ ਆ ਜੋ ਤੁਸੀਂ ਕਹਿੰਦੇ ਪਏ ਜੀ ਆਪਣੇ ਬੋਲ ਵਾਪਸ ਲੈ ਲਾ, ਮੈਂ ਇਹ ਵਾਪਸ ਨਹੀਂ ਲੈਣਾ। ਬਸ ਉਸੇ ਵੇਲੇ ਗੁਰਮੁਖੋ ਉਹਨਾਂ ਨੇ ਉਹਨਾਂ ਤੇ ਵੀ ਪਰਚਾ ਪਾ ਕੇ, ਉਹਨਾਂ ਨੂੰ ਵੀ ਅੱਤਵਾਦੀ ਕਹਿ ਕੇ, ਉਹਨਾਂ ਨੇ ਵੀ ਬਹੁਤ ਕੁਝ ਕਹਿ ਕੇ ਉਸੇ ਵੇਲੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਖੂਨ ਦੇ ਨਾਲ ਲੱਥ ਪੱਥ ਦੇ ਸਰੀਰ ਨੂੰ ਆ ਹਰੀ ਕੇ ਪਤਨ ਰਾਜਸਥਾਨ ਦੀ ਨਹਿਰ ਵਿੱਚ ਉਹਨਾਂ ਲੋਕਾਂ ਨੇ ਰੋੜ ਕੇ ਖਤਮ ਕਰ ਦਿੱਤਾ। ਅੱਜ ਉਹ ਗੁਰਮੁਖ ਪਿਆਰਾ ਜਿਹੜਾ ਸਚਾਈ ਦੇ ਰਸਤੇ ਤੇ ਤੁਰਿਆ, ਜਿਹੜਾ ਗੁਰੂ ਦੇ ਸਿੱਖਾਂ ਦੀ ਸੇਵਾ ਪਿਆ ਕਰਦਾ ਹੈ, ਬਸ ਉਸ ਗੁਰਸਿੱਖ ਗੁਰੂ ਦੇ ਸਿੱਖ ਦਾ, ਸਿੱਖ ਕੌਮ ਦੇ ਹੀਰੇ ਦਾ ਅੱਜ ਤੁਸੀਂ ਦਿਨ ਮਨਾਉਂਦੇ ਪਏ, ਉਹਨੂੰ ਯਾਦ ਕਰਦੇ ਪਏ। ਕਲਗੀ ਵਾਲੇ ਸਤਿਗੁਰੂ ਕਿਰਪਾ ਕਰਨ, ਇਸ ਜੀਵੜੇ ਸਿੱਖ ਇਸੇ ਤਰ੍ਹਾਂ ਕੌਮ ਦੇ ਹੀਰੇ ਪੈਦਾ ਹੁੰਦੇ ਰਹਿਣ, ਆਪਣਾ ਤਨ ਕੁਰਬਾਨ ਕਰਦੇ ਰਹਿਣ ਤੇ ਸਿੱਖ ਦੇ ਆਉਣ ਵਾਲੇ ਸਿੱਖ ਕੌਮ ਦੀ ਅਗਵਾਈ ਕਰਦੇ ਰਹਿਣ। ਸਮਾਂ ਸਮਾਪਤ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੁਰ ਇਤਿਹਾਸ ਗੁਰਬਾਣੀ ਦੇ ਵਿਚਾਰ ਕਰਦਿਆਂ, ਸ਼ਹੀਦਾਂ ਨੂੰ ਯਾਦ ਕਰਦਿਆਂ, ਇੱਕ ਨਹੀਂ ਦੋ ਨਹੀਂ ਬੇਅੰਤ ਉਣਤਾਈਆਂ ਗਲਤੀਆਂ ਰਹਿ ਜਾਂਦੀਆਂ ਨੇ। ਗੁਰੂ ਅਤੇ ਸੰਗਤ ਬਖਸ਼ਨਾਰੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
दिलों मोहब्बत जिन से सचिया, जिन मन होर मुख होर से कांडे कच्चिया। रत्ते इश्क खुदाए रंग दीदार के, रत्ते इश्क खुदाए रंग दीदार के। तिन तन जनेंदी माओ आए सफल से। रत्ते इश्क खुदाए रंग दीदार के। रत्ते जिनके चोले रतड़े प्यारे कंत तिना के पास। तूड़ तिना की जे मिले जी, कहो नानक की अरदास। आपे साजे आपे रंगे, आपे नदर करे। आपे साजे आपे रंगे, आपे नदर करे। नानक कामण कंते पावे, आपे ही रावे। तिस गुर सिख को हूँ सदा नमस्कारी। तिस गुर सिख को हूँ सदा नमस्कारी। जो गुर के पाणे गुर सिख चले आ। जो गुर के पाणे गुर सिख चले आ। तिस गुर सिख को हूँ सदा नमस्कारी। तिस गुर सिख को हूँ सदा नमस्कारी। जो गुर के पाणे गुर सिख चले आ। जो गुर के पाणे गुर सिख चले आ। इस गुर सिख को हूँ सदा नमस्कारी। इस गुर सिख को हूँ सदा नमस्कारी। तन तन सो गुर सिख कहिए। तन तन सो गुर सिख कहिए। जो सतगुर चरणी जारे पया। जो सतगुर चरणी जाए पया। तन तन सो गुर सिख कहिए। तन तन सो गुर सिख कहिए। जिन हर नामा मुख राम कया। हर नाम मुख राम कया। तिस गुर सिख को सदा नमस्कारी। तिस गुर सिख को
ਤਨ ਤਨ ਸੋ ਗੁਰ ਸਿੱਖ ਕਹੀਐ। ਧੰਨ ਧੰਨ ਸੋ ਗੁਰ ਸਿੱਖ ਕਹੀਐ। ਤਨ ਤਨ ਸੋ ਗੁਰ ਸਿੱਖ ਕਹੀਐ। ਧੰਨ ਤਨ ਧੰਨ ਸੋ ਗੁਰ ਸਿੱਖ ਕਹੀਐ। ਜਿਸ ਹਰ ਨਾਮ ਸੁਣਿਐ ਮਨ ਆਨੰਦ ਪਿਆ। ਜਿਸ ਹਰ ਨਾਮ ਸੁਣਿਐ ਮਨ ਆਨੰਦ ਪਿਆ। ਤਿਸ ਗੁਰ ਸਿੱਖ ਕੋ ਸਦਾ ਨਮਸਕਾਰੀ। ਤਿਸ ਗੁਰ ਸਿੱਖ ਕੋ ਸਦਾ ਨਮਸਕਾਰੀ। ਜੋ ਗੁਰ ਕੈ ਪਾਣੇ ਗੁਰ ਸਿੱਖ ਚੱਲਿਆ। ਜੋ ਗੁਰ ਕੈ ਪਾਵਣੇ ਗੁਰ ਸਿੱਖ ਚਲਿਆ। ਜੋ ਗੁਰ ਕੈ ਪਾਣੇ ਗੁਰ ਸਿੱਖ ਚੱਲਿਆ। ਜੋ ਗੁਰ ਕੈ ਪਾਣੇ ਗੁਰ ਸਿੱਖ ਚੱਲਿਆ। ਇਸ ਗੁਰ ਸਿੱਖ ਕੋ ਸਦਾ ਨਮਸਕਾਰੀ। ਇਸ ਗੁਰ ਸਿੱਖ ਕੋ ਸਦਾ ਨਮਸਕਾਰੀ। ਤਨ ਤਨ ਸੋ ਗੁਰ ਸਿੱਖ ਕਹੀਐ। ਧੰਨ ਧੰਨ ਸੋ ਗੁਰ ਸਿੱਖ ਕਹੀਐ। ਤਨ ਤਨ ਸੋ ਗੁਰ ਸਿੱਖ ਕਹੀਐ। ਧੰਨ ਧੰਨ ਸੋ ਗੁਰ ਸਿੱਖ ਕਹੀਐ। ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਇਸ ਗੁਰ ਸਿੱਖ ਕੋ ਸਦਾ ਨਮਸਕਾਰੀ। ਇਸ ਗੁਰ ਸਿੱਖ ਕੋ ਸਦਾ ਨਮਸਕਾਰੀ। ਜੋ ਗੁਰ ਕੈ ਪਾਣੇ ਗੁਰ ਸਿੱਖ ਚੱਲਿਆ। ਜੋ ਗੁਰ ਕੈ ਪਾਵਣੇ ਗੁਰ ਸਿੱਖ ਚਲਿਆ। ਜੋ ਗੁਰ ਕੈ ਪਾਣੇ ਗੁਰ ਸਿੱਖ ਚੱਲਿਆ। ਇਸ ਗੁਰ ਸਿੱਖ ਕੋ ਸਦਾ ਨਮਸਕਾਰੀ। ਇਸ ਗੁਰ ਸਿੱਖ ਕੋ ਸਦਾ ਨਮਸਕਾਰੀ। ਤਨ ਤਨ ਸੋ ਗੁਰ ਸਿੱਖ ਕਹੀਐ। ਧੰਨ ਧੰਨ ਸੋ ਗੁਰ ਸਿੱਖ ਕਹੀਐ। ਤਨ ਤਨ ਸੋ ਗੁਰ ਸਿੱਖ ਕਹੀਐ। ਧੰਨ ਧੰਨ ਸੋ ਗੁਰ ਸਿੱਖ ਕਹੀਐ। ਜੋ ਸਤਿਗੁਰ ਚਰਣੀ ਜਾਹੇ ਪਿਆ। ਜੋ ਸਤਿਗੁਰ ਚਰਣੀ ਜਾਏ ਪਿਆ। ਇਸ ਗੁਰ ਸਿੱਖ ਕੋ ਸਦਾ ਨਮਸਕਾਰੀ। ਇਸ ਗੁਰ ਸਿੱਖ ਕੋ ਸਦਾ ਨਮਸਕਾਰੀ। ਜੋ ਗੁਰ ਕੈ ਪਾਣੇ ਗੁਰ ਸਿੱਖ ਚੱਲਿਆ। ਜੋ ਗੁਰ ਕੈ ਪਾਵਣੇ ਗੁਰ ਸਿੱਖ ਚਲਿਆ।
कहो सदा नमस्कारी। जो गुर कै पाणे गुर सिख चलिया। 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 तिस गुर सिख कहो सदा नमस्कारी। तिस गुर सिख कहो सदा नमस्कारी। तिस गुर सिख कहो सदा नमस्कारी। तिस गुर सिख कहो तिस गुर सिख कहो सदा नमस्कारी। तिस गुर तिस गुर सिख कहो सदा नमस्कारी। जने दी माँ आए सफल से। तिन जने दी माँ आए सफल से। जने दी माँ आए सफल से। जने दी माँ आए सफल से। आप लिए लड़ लाए दर दरवेश से। आप लिए लड़ लाए दर दरवेश से। जने दी माँ आए सफल से। जने दी माँ आए सफल से। दिलों मोहब्बत दिल से ही सच्चिया। दिलों मोहब्बत दिल से ही सच्चिया। जिन मन होर मुख होर से कांडे रचिया। जिन मन होर मुख होर से कांडे रचिया। आप लिए लड़ लाए दर दरवेश से। आप लिए लड़ लाए दर दरवेश से। आप लिए लड़ लाए दर दरवेश से। जने दी माँ आए सफल से। जने दी माँ आए सफल से। आप लिए लड़ लाए दर दरवेश से। आप लिए लड़ लाए दर दरवेश से।
से। रब इश्क खुदाए रंग दीदार के, रब इश्क खुदाए रंग दीदार के, विसरिया जिन नाम ते पोए पार किए। विसरिया जिन नाम ते पोए पार किए, आप लिए लड़ लाए दर दरवेश से। आप लिए लड़ लाए दर दरवेश से। आप लिए लड़ लाए दर दरवेश से। अनगणे दीवाओं आए सफल से, अनगणे दीवाओं आए सफल से। आप लिए लड़ लाए दर दरवेश से। आप लिए लड़ लाए दर दरवेश से। आप लिए लड़ लाए दर दरवेश से। अनगणे दीवाओं आए सफल से, अनगणे दीवाओं आए सफल से। परवतगार अपार अगम बेअंत तू, परवतगार अपार अगम बेअंत तू। गिना पछाता सत चुमा पैर मुँह, गिना पछाता सत चुमा पैर मुँह। आप लिए लड़ लाए दर दरवेश से। आप लिए लड़ लाए दर दरवेश से। आप लिए लड़ लाए दर दरवेश से। अनगणे दीवाओं आए सफल से, अनगणे दीवाओं आए सफल से। अनगणे दीवाओं आए सफल से। अनगणे दीवाओं आए सफल से। आप लिए लड़ लाए दर दरवेश से। आप लिए लड़ लाए दर दरवेश से। आप लिए लड़ लाए दर दरवेश से। अनगणे दीवाओं